राजसम बाबा जी बेनती है कि मैं 40 साल तो दुखों का सामना कर रहा, लेकिन ये दुख वापस ही नहीं होंदे पे। बच्चे दे भी बाहर भेजा, वो भी बाबा जी डिप्रेशन च आके हुण बीमार है। एक साल हो गया, वो भी बीमार है। बाबा जी मैं मेहनत करता ते भजन सिमरन जो तुसीं कहंदे हो वो जिन्ना मेरे को हुंदा है मैं करदा। बाबा जी बस ये हुण दिल इधर चक दिओ ते मेरी सुरत नूं अंदर शब्द ना जोड़ दिओ। बेटा देखो, ਆਪਾਂ ਸੁਣਦੇ ਆ ਨਾ, ਕਰਮ ਜੋ ਜੋ ਕਰੇਗਾ ਤੂੰ ਵਹੀ ਫਿਰ ਭੋਗਣਾ ਭਰਨਾ। ਜਿਸ ਵੀ ਦੌਰ ਵਿੱਚੋਂ ਆਪਾਂ ਜਾ ਰਹੇ ਹਾਂ ਉਹ ਆਪਣੇ ਕਰਮਾਂ ਦੇ ਕਾਰਨ ਹੈ ਬੇਟਾ। ਕਰਮ ਕੋਈ ਲੈ ਨਹੀਂ ਸਕਦਾ, ਕਰਮ ਕੋਈ ਦੇ ਨਹੀਂ ਸਕਦਾ। ਸੋ ਜਿਸ ਵੀ ਅਵਸਥਾ ਵਿੱਚ ਮਾਲਕ ਨੇ ਰੱਖਿਆ ਹੈ ਉਹ ਸਾਡੀ ਬਿਹਤਰੀ ਵਾਸਤੇ ਰੱਖਿਆ ਹੈ। ਸਾਡਾ ਦਾਇਰਾ ਛੋਟਾ ਹੈ, ਉਸ ਛੋਟੇ ਜਿਹੇ ਦਾਇਰੇ ਵਿੱਚ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ। ਮਗਰ ਜੇ ਆਪਾਂ ਉਹਦੇ ਭਾਣੇ ਵਿੱਚ ਰਵਾਂਗੇ, ਉਹਦੇ ਹੁਕਮ ਵਿੱਚ ਰਵਾਂਗੇ, ਉਹਨੇ ਇੰਨੀ ਤਾਕਤ ਬਖਸ਼ਣੀ ਹੈ ਕਿ ਆਪਾਂ ਹੱਸਦੇ ਹੱਸਦੇ ਹਰੇਕ ਦੁੱਖ ਤਕਲੀਫ ਚੋਂ ਗੁਜ਼ਰ ਜਾਣਾ। ਇਸ ਕਰਕੇ ਭਜਨ ਸਿਮਰਨ ਕਰੋ, ਭਾਣੇ ਵਿੱਚ ਰਹੋ, ਔਰ ਮਾਲਿਕ ਹਰੇਕ ਦੌਰ ਵਿੱਚੋਂ ਤੁਹਾਨੂੰ ਖੁਸ਼ੀ ਖੁਸ਼ੀ ਕੱਢ ਕੇ ਲੈ ਜਾਓ। बाबा जी दूजी अर्ज है कि मेरा ना अंदरों शब्द तो सुनता लेकिन अंदरों खिंचदा नहीं। ਆਪਾਂ ਨਹੀਂ ਪਰਖਾਂ 'ਚ ਪੈਣਾ, ਠੀਕ ਹੈ ਨਾ। ਜੇ ਉਹਦੀ ਬਖਸ਼ਿਸ਼ ਹੋ ਰਹੀ ਹੈ ਉਹਦੇ ਵਿੱਚੋਂ ਤੁਸੀਂ ਮਜ਼ਾ ਲਓ। ਪਰਖ 'ਚ ਨਾ ਪਾਓ ਕਿ ਕਿਵੇਂ ਹੋਣਾ ਚਾਹੀਦਾ ਹੈ ਤਾਂ ਕਦੋਂ ਹੋਣਾ ਚਾਹੀਦਾ। ਬੜੀ ਬਖਸ਼ਿਸ਼ ਹੈ, ਸੁਣੋ। बाबा जी बस बेनती है दया मेरे पर सुन बाबा जी। बाबा जी की बेनती है, बिन बोलिया सब कुछ जानदा, किस आगे कीजे अरदास। एक बेनती है कि मैनू बसूर महाराज जी को नाम लिया सी सन 81 विच। मैनू कुछ पता नहीं सी, मैं गलतियां बहुत कीतियां, मैं झूठ भी बोले, मैं सब कुछ किया। मैनू माफ कर दो। बच्चे छोटे सी कहंदे जल्दी बई दूजा एड्रैस लिखा दो ते नाम ले लो, तुहानू ज्यादा दिन नहीं लगणगे। मैं ਇਹ ਬਹੁਤ ਗਲਤੀ ਵੱਡੀ ਕੀਤੀ ਬਾਬਾ ਜੀ, ਮੈਨੂੰ ਬਖਸ਼ ਲਓ। ਬੇਟਾ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਜੇ ਆਪਾਂ ਸੱਚ ਦੇ ਰਸਤੇ ਦੇ ਉੱਤੇ ਚੱਲਣਾ ਹੈ, ਹੁਣ ਸੱਚ ਨੂੰ ਝੂਠ ਦੇ ਨਾਲ ਤਾਂ ਨਹੀਂ ਨਾ ਆਪਾਂ ਜੋੜ ਸਕਦੇ। ਸੋ ਹੁਣ ਜੋ ਹੋ ਗਿਆ ਹੋ ਗਿਆ, ਮਗਰ ਹੁਣ ਤੋਂ ਜੀਵਨ ਸਫਾਰੋ, ਸਹੀ ਕੰਮ ਕਰੋ ਬੇਟਾ। ਜੇ ਆਪਾਂ ਸਹੀ ਰਸਤੇ ਦੇ ਉੱਤੇ ਚੱਲਾਂਗੇ ਬੇਟਾ, ਮਾਫੀ ਮੇਰੇ ਤੋਂ ਮੰਗਣ ਦੀ ਲੋੜ ਨਹੀਂ। ਮਾਫੀ ਤਾਂ ਤੁਸੀਂ ਆਪ ਖੁਦ ਨੂੰ ਦੇਣੀ ਹੈ। ਮੈਂ ਨਹੀਂ ਕੋਈ ਹਿਸਾਬ ਕਿਤਾਬ ਲੈਣ ਵਾਸਤੇ ਬੈਠਾ ਬੇਟਾ, ਇਹ ਸਾਡਾ ਮਨ ਨਹੀਂ ਟਿਕਣ ਦਿੰਦਾ। ਜਦੋਂ ਆਪਾਂ ਗਲਤ ਕੰਮ ਕਰਦੇ ਆ ਨਾ, ਸਭ ਤੋਂ ਵੱਡਾ ਜਿਹੜਾ ਹਿਸਾਬ ਕਿਤਾਬ ਮੰਗਣ ਵਾਲਾ ਉਹ ਤੁਹਾਡਾ ਆਪਣਾ ਮਨ ਹੈ। ਬਾਬਾ ਜੀ ਮੈਂ ਬਹੁਤ ਗਲਤੀਆਂ ਕੀਤੀਆਂ ਬਾਬਾ ਜੀ, ਪਰਿਵਾਰ ਬਹੁਤ ਅੱਛਾ ਹੈ ਅੱਗੇ ਅੱਗੇ ਦੇਖੋ ਬੇਟਾ, ਪਿੱਛੇ ਮੁੜ ਕੇ ਨਾ ਦੇਖੋ, ਅੱਗਾ ਆਪਣਾ ਬਚਾ ਕੇ ਰੱਖੋ। ਮੈਨੂੰ ਭਜਨ ਸਿਮਰਨ ਸੇਵਾ ਤੇ ਸਤਸੰਗ ਤੋਂ ਨਾ ਵਿਛੋੜਨਾ, ਆਪਣੇ ਚਰਨਾਂ ਵਿੱਚ ਰੱਖਣਾ ਬਾਬਾ ਜੀ, ਆਪਣੇ ਚਰਨਾਂ ਵਿੱਚ ਰੱਖਣਾ। ਬਸ ਮੇਰੀ ਇਹ ਮੈਨੂੰ ਹੋਰ ਜਨਮ ਨਾ ਦੇਣਾ, ਇਹ ਮੇਰੀ ਬੇਨਤੀ ਹੈ। ਮੇਰਾ ਸਵਾਲ ਇਹ ਹੈ ਬਾਬਾ ਜੀ ਕਿ ਸਾਨੂੰ ਸੇਵਾ ਕਰਨ ਦੇ ਕੀ ਕੀ ਫਾਇਦੇ ਮਿਲਦੇ ਨੇ? ਕਦੇ ਨਹੀਂ ਬੇਟਾ ਆਪਾਂ ਨਹੀਂ ਫਾਇਦਾ ਸੋਚਣਾ। ਬੇਟਾ ਦੁਨੀਆ ਵਿੱਚ ਨਾ ਸਾਰੀ ਉਮਰ ਇਨਸਾਨ ਲੈਂਦਾ ਹੀ ਹੈ, ਆਪਾਂ ਨੂੰ ਦੇਣਾ ਵੀ ਚਾਹੀਦਾ ਹੈ, ਠੀਕ ਹੈ ਨਾ। ਸਾਰੀ ਉਮਰ ਜੇ ਆਪਾਂ ਹੱਥ ਹੀ ਫੈਲਾਇਆ ਹੈ ਤਾਂ ਫਿਰ ਤਾਂ ਆਪਾਂ ਮੰਗਤੇ ਹੋ ਗਏ ਨਾ। ਤੇ ਜੇ ਆਪਾਂ ਖੁਦ ਮੁਖਤਿਆਰ ਹੋਣਾ ਤਾਂ ਦੇਣਾ ਵੀ ਸਿੱਖਣਾ ਚਾਹੀਦਾ ਹੈ। ਸੋ ਬੇਟਾ ਸੇਵਾ ਇਨਸਾਨ ਆਪਣੀ ਲੋੜ ਨੂੰ ਕਰਦਾ, ਕਿਸੇ ਫਾਇਦੇ ਨੁਕਸਾਨ ਵਾਸਤੇ ਨਹੀਂ। ਕਿਉਂਕਿ ਆਪਾਂ ਨੂੰ ਮਾਹੌਲ ਚਾਹੀਦਾ, ਤਾਂ ਹੀ ਮਨ ਝੁਕੂਗਾ ਤਾਂ ਭਜਨ ਸਿਮਰਨ ਹੋਊਗਾ, ਨਹੀਂ ਤਾਂ ਭਜਨ ਸਿਮਰਨ ਵੀ ਨਹੀਂ ਹੋਣਾ ਬੇਟਾ। ਜੀ ਬਾਬਾ ਜੀ, ਇਸੇ ਤਰ੍ਹਾਂ ਦੀ ਦ੍ਰਿਸ਼ਟੀ ਆਪਣੀ ਸਾਡੇ ਤੇ ਬਣਾ ਕੇ ਰੱਖਿਓ। ਬਾਬਾ ਜੀ ਸਤਸੰਗੀ ਪਰਿਵਾਰ ਦੇ ਘਰ ਜੇ ਕੋਈ ਬਾਹਰਲਾ ਬੰਦਾ ਆ ਕੇ ਕਵੇ ਵੀ ਤੁਹਾਡੀ ਘਰ ਦੀ ਅਟਰੈਕਸ਼ਨ ਸਹੀ ਨਹੀਂ ਹੈਗੀ, ਬਾਥਰੂਮ ਇੱਧਰ ਨਹੀਂ ਹੋਣਾ ਚਾਹੀਦਾ, ਕਿਚਨ ਇੱਧਰ ਨਹੀਂ ਹੋਣਾ ਚਾਹੀਦਾ, ਲੜਾਈਆਂ ਹੁੰਦੀਆਂ, ਆਪਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਕਿ ਭਾਣੇ 'ਚ ਰਹਿਣਾ ਚਾਹੀਦਾ ਮਾਲਕ ਦੇ? ਬੇਟਾ ਉਹਨਾਂ ਨੂੰ ਪੁੱਛ ਲਓ ਕਿ ਸਾਨੂੰ ਇਹ ਦੱਸ ਦਿਓ ਕਿ ਕਿਹੜੇ ਪਾਸੇ ਮਾਲਕ ਦੀ ਦਇਆ ਨਹੀਂ ਹੈ, ਅਸੀਂ ਉਸ ਤਰਫ ਮੋੜ ਲਾਂਗੇ। ਮਾਲਕ ਤਾਂ ਸਰਵ ਵਿਆਪੀ ਹੈ ਬੇਟਾ। ਇਹ ਬੇਟਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਨਾ, ਇਹਨਾਂ ਦਾ ਮਕਸਦ ਸੀ ਸਿਹਤ ਦੇ ਨਾਲ,
ਕਿਸਮਤ ਦੇ ਨਾਲ ਨਹੀਂ, ਸਿਹਤ ਦੇ ਨਾਲ। ਕਿ ਇੱਕ ਤਾਂ ਘਰ 'ਚ ਹਵਾ ਆਉਣੀ ਚਾਹੀਦੀ ਹੈ ਕਿ ਦੋਨੋਂ ਪਾਸੇ ਖਿੜਕੀਆਂ ਹੋਣ ਕਿ ਚੰਗੀ ਹਵਾ ਆਵੇ। ਦੂਜਾ ਕਿ ਚੜ੍ਹਦੇ ਸੂਰਜ ਦੀ ਧੁੱਪ ਆਵੇ, ਛਿਪਦੇ ਦੀ ਘੱਟ ਆਵੇ। ਚੜ੍ਹਦੇ ਦੇ ਵਕਤ ਫਿਰ ਗਰਮੀ ਘੱਟ ਲੱਗੂਗੀ। ਇਸ ਕਰਕੇ ਬੇਟਾ ਇਹਨਾਂ ਦਾ ਤਾਲੁਕ ਰੋਜ਼ਮਰਾ ਜ਼ਿੰਦਗੀ ਦੇ ਨਾਲ ਸੀ। ਅਸੀਂ ਨਾਲ ਕਿਸਮਤ ਵੀ ਜੋੜ ਲਈ ਔਰ ਡਰ ਕੇ ਬਹਿ ਗਏ। ਇਹ ਫਿਰ ਤਾਂ ਜਿਹੜੇ ਬਾਹਰਲੇ ਮੁਲਕ ਹੈਗੇ ਆ ਉਹ ਤਾਂ ਦੇਖਦੇ ਨਹੀਂ ਇਹਨਾਂ ਚੀਜ਼ਾਂ ਨੂੰ, ਉਹਨਾਂ ਦੀ ਤਾਂ ਕਿਸਮਤ ਫਿਰ ਬੜੀ ਮਾੜੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਕਿਉਂ ਭੱਜਦੇ ਹੋ ਬਾਹਰਲੇ ਮੁਲਕਾਂ ਨੂੰ? रसम जी। रसम ही बाबा जी मेरा पहला सवाल है कि स्पिरिचुअलिज्म और मटेरियलिज्म में हमें बैलेंस बनाने, कैसे बैलेंस बनाया जाए? ਬੇਟਾ ਹਰੇਕ ਚੀਜ਼ ਵਿੱਚ ਹੀ ਇਨਸਾਨ ਨੂੰ ਬੈਲੈਂਸ ਰੱਖਣੀ ਚਾਹੀਦੀ ਹੈ। ਬੱਚਾ ਕਵੇ ਮੈਂ ਖੇਡਣਾ, ਮੈਂ ਪੜ੍ਹਾਈ ਨਹੀਂ ਕਰਨੀ, ਤਾਂ ਮਾਂ ਕੀ ਕਹੂਗੀ? ਬੇਟਾ ਖੇਡਣ ਦਾ ਆਪਣਾ ਵਕਤ ਹੈ, ਪੜ੍ਹਨ ਦਾ ਆਪਣਾ ਵਕਤ ਹੈ। ਆਪਾਂ ਰੋਟੀ ਖਾਂਦੇ ਹਾਂ, ਰੋਟੀ 'ਚ ਵੀ ਦੇਖਦੇ ਹਾਂ ਕਿ ਜੀ ਆਪਾਂ ਨੂੰ ਕਾਰਬੋਹਾਈਡਰੇਟਸ, ਪ੍ਰੋਟੀਨ, ਸਾਰਾ ਕੁਝ ਕਿੰਨਾ ਖਾਣਾ ਚਾਹੀਦਾ ਬੇਟਾ। ਤੁਸੀਂ ਸਾਈਕਲ ਤੇ ਜਾਂਦੇ ਹੋ, ਬੈਲੈਂਸ ਰੱਖੋਗੇ ਤਾਂ ਅੱਗੇ ਵਧੋਗੇ। ਉਸੇ ਤਰ੍ਹਾਂ ਬੇਟਾ 24 ਘੰਟੇ ਹੈ ਦਿਨ ਵਿੱਚ। 24 ਘੰਟਿਆਂ ਵਿੱਚ ਤੁਸੀਂ ਆਪਣੇ ਕੰਮਕਾਜ ਨੂੰ ਵੀ ਧਿਆਨ ਦਿਓ, ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਧਿਆਨ ਦਿਓ ਔਰ ਰੂਹਾਨੀਅਤ ਨੂੰ ਵੀ ਧਿਆਨ ਦਿਓ ਬੇਟਾ। ਜੇ ਆਪਾਂ ਉਹ ਬੈਲੈਂਸ ਰੱਖਾਂਗੇ ਸਾਡੀ ਰਫ਼ਤਾਰ ਬਹੁਤ ਚੰਗੀ ਹੋਊਗੀ। ਜੇ ਇੱਕ ਤਰਫਾ ਹੋ ਜਾਵਾਂਗੇ ਤਾਂ ਫਿਰ ਬੇਟਾ ਰਿਐਕਸ਼ਨ ਹੋਊਗਾ। ਬਾਬਾ ਜੀ ਮੇਰਾ ਦੂਜਾ ਸਵਾਲ ਹੈਗਾ ਕਿ ਸਾਨੂੰ ਕਦੇ ਐਸਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਅਸੂਲ ਕੰਪਰੋਮਾਈਜ਼ ਹੋ ਜਾਣ? ਬੇਟਾ ਫਿਰ ਬੋਝ ਵੀ ਸਾਨੂੰ ਚੁੱਕਣਾ ਪਊਗਾ, ਕਿਸੇ ਹੋਰ ਨੇ ਤਾਂ ਚੁੱਕਣਾ ਨਹੀਂਗਾ। ਮੈਂ ਗਲਤ ਕੰਮ ਕਰੂੰਗਾ, ਮੈਂ ਅੱਗ ਵਿੱਚ ਹੱਥ ਪਾਊਂਗਾ ਤਾਂ ਮੇਰਾ ਹੱਥ ਜਲੂਗਾ ਬੇਟਾ। ਇਹ ਤਾਂ ਨਹੀਂ ਕਿ ਮੇਰੇ ਮਾਂ-ਬਾਪ ਨੇ ਮੇਰੀ ਉਸ ਵਕਤ ਪੀੜ ਮੇਰੀ ਦੂਰ ਕਰ ਸਕਦੇ ਆ। ਉਹਨਾਂ ਨੂੰ ਦੁੱਖ ਜ਼ਰੂਰ ਹੋਊਗਾ ਮਗਰ ਪੀੜ ਤਾਂ ਮੈਨੂੰ ਹੋਊਗੀ। ਹਾਂਜੀ। ਤਾਂ ਬੇਟੇ ਜਦੋਂ ਆਪਾਂ ਨੂੰ ਪਤਾ ਹੈ ਸਹੀ ਕੀ ਹੈ, ਗਲਤ ਕੀ ਹੈ। ਹੁਣ ਦੇਖੋ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ। ਆਪਾਂ ਕਹਿੰਦੇ ਹਾਂ ਕਿ ਜੀ ਕਿਸਮਤ ਮਾਲਿਕ ਨੇ ਬਣਾਈ। ਜੇ ਉਹਨੇ ਬਣਾਈ ਹੈ, ਜੋ ਕੁਛ ਉਹਨੇ ਕਿਸਮਤ 'ਚ ਲਿਖਿਆ ਜ਼ਰੂਰ ਮਿਲੂਗਾ। ਜੋ ਨਹੀਂ ਲਿਖਿਆ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਦੇ ਸਕਦੀ। ਫਿਰ ਅਸੂਲਾਂ ਦੀ ਕੁਰਬਾਨੀ ਆਪਾਂ ਕਿਉਂ ਕਰਦੇ ਹਾਂ? ਅਸੂਲਾਂ ਦੀ ਕੁਰਬਾਨੀ ਕਰੋਗੇ ਥੋੜ੍ਹੀ ਦੇਰ ਵਾਸਤੇ ਮਿਲ ਜੂਗੀ, ਮਗਰ ਉਹਦਾ ਬੋਝ ਇੰਨਾ ਹੋਊਗਾ, ਉਹਦਾ ਵੀ ਨਾਲ ਹਿਸਾਬ ਕਿਤਾਬ ਦੇਣਾ ਪਊਗਾ ਬੇਟਾ। ਰਹੂਗਾ ਫਿਰ ਵੀ ਉਨਾ ਹੀ, ਤਾਂ ਕਾਹਦੇ ਵਾਸਤੇ? बाबा जी दया मेहर बना के रखना बस। बाबा जी जैसे कहते हैं कि जीवत मरिए बफजल तरिए, बाबा जी मैं भी जीते जी मरना चाहता हूँ बाबा जी। बेटा भजन सिमरन वही जीते जी मरना है। जब हम सुरत को, ये 9 द्वारे हैं जिनके जरिए हमारा ख्याल दुनिया में फैलता है, तो जब हम भजन सिमरन करेंगे, इन 9 द्वारों से ख्याल इकट्ठा करके यहाँ टिकाएंगे, उसको जीते जी मरना कहते हैं। बाबा जी भजन सिमरन का बल बख्शना और ऐसे ही सेवा पर बुलाते रहना। बाबा जी जो बच्चे यहाँ पे सेवा करते हैं या कहीं पे भी सेवा करते हैं, तो वो बच्चे अगर नामदान लेने से पहले उनकी किसी कारणवश अगर मृत्यु हो जाती है तो उन रूहों का क्या होता है बाबा जी? बेटा ऐसे नहीं सोचना चाहिए। देखो हमारा रिश्ता तो जिस वक्त से हम अपना विश्वास जोड़ते हैं उस वक्त से रिश्ता शुरू हो जाता है बेटा। अब आप समझते हो कि नामदान लेने के साथ कोई हमारे ऊपर कोई जादू की छड़ी घुमा देता है? नामदान के वक्त तो सिर्फ समझाया जाता है कि आपने क्या करना है, क्यों करना है और कैसे करना है। अब ये तो दाखला लेना है ना। बच्चे को आपने अच्छे स्कूल में दाखला दिला दिया, वो पढ़ाई करेगा तो पास होगा, अगर पढ़ाई नहीं करेगा तो पास तो नहीं होगा ना। बाबा जी दूसरा क्वेश्चन है कि अब कहीं भी संसार में अगर कोई गलती करता है तो हमें उसका विरोध करना चाहिए या अपनी उम्र का ख्याल करते चुप रहना चाहिए? बेटे दोनों बातें हैं। अगर तो मैं निभा सकता हूँ, मेरे में इतनी ताकत है कि मैं निभा सकता हूँ, फिर तो कभी भी कोई गलत काम हो रहा है तो मेरे को आवाज़ उठानी चाहिए। अगर मैं नहीं निभा सकता और मैं उसके बोझ के नीचे दब जाऊंगा, मैंने आवाज़ उठाई तो क्या होगा? अपने मन की शांति खराब करके बैठ जाऊंगा, तो फिर मैं भी प्रॉब्लम का हिस्सा बन जाऊंगा बेटा। हमने सही चीज का हिस्सा बनना है। अब हर एक चीज पे हर एक इंसान सोचता है कि मेरे को भी बोलने की जरूरत है बेटा। अब हर एक बोलेगा, हर एक की मन मर्जी तो चल नहीं सकती।
क्या हमें मालूम है कि सही क्या है, गलत क्या है? ਬਾਬਾ ਜੀ ਕਈ ਵਾਰੀ ਬੈਠੇ ਆਪਾਂ ਕਿਤੇ ਸਫ਼ਰ ਤੇ ਜਾਈਏ ਜਾਂ ਕਿਤੇ ਵੀ ਹੋਈਏ ਤਾਂ ਆਪਣੇ ਜਾਂ ਆਸ ਪੜੋਸੀ ਆਪਣੀ ਛੱਤ ਤੇ ਆਪਾਂ ਨੂੰ ਮੀਟ ਮੱਛੀ ਬਣਨ ਦੀ ਸਮੈਲ ਆਉਂਦੀ ਹੈ ਕਿ ਆਪਾਂ ਨੂੰ ਉਹਦਾ ਕਰਮ ਭੋਗਣਾ ਪਊਗਾ। ਨਹੀਂ ਬੇਟਾ, ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ, ਆਪਾਂ ਆਪਣਾ ਬਚਾਓ ਕਰਨਾ ਹੈ। ਹੁਣ ਜੋ ਦੁਨੀਆ ਕਰਦੀ ਹੈ, ਹੁਣ ਆਪਾਂ ਇਹੋ ਜਿਹੀ ਤਾਂ ਕੋਈ ਵੀ ਜਗ੍ਹਾ ਨਹੀਂ ਹੋਊਗੀ ਜਿੱਥੇ ਸਾਰਾ ਕੁਝ ਹੀ ਚੰਗਾ ਹੋਵੇ ਬੇਟਾ। ਬਾਬਾ ਜੀ ਆਪਾਂ ਭਜਨ ਕਰਦੇ ਹਾਂ ਔਰ ਸਿਮਰਨ ਕਰਦੇ ਹਾਂ ਔਰ ਤੁਰਤ ਭਜਨ ਤੇ ਬੈਠ ਜਾਂਦੇ ਹਾਂ ਤੇ ਆਪਣੇ ਕੰਨਾਂ ਆਪਣਾ ਸਿਮਰਨ ਦੀ ਆਵਾਜ਼ ਆਉਂਦੀ ਹੈ ਤੇ ਕੰਨਾਂ ਦੀ ਆਵਾਜ਼ ਤੇ ਫਿਰ ਬਾਅਦ ਚ ਆਉਂਦੀ ਹੈ ਨਾ ਤੇ ਧਿਆਨ ਤੇ ਉਹ ਸਿਮਰਨ ਭਜਨ ਚ ਲਗਾ ਰਹਿੰਦਾ, ਭਜਨ ਚ ਲਗਾ ਰਹਿੰਦਾ, ਸਿਮਰਨ ਕਰਨ ਚ ਲਗਾ ਰਹਿੰਦਾ। ਤੁਸੀਂ ਬੇਟਾ ਜਦੋਂ ਸਿਮਰਨ ਕਰਦੇ ਹੋ, ਸਿਮਰਨ ਦਾ ਮਤਲਬ ਹੈ ਇਕਾਗਰਤਾ। ਜਿਵੇਂ ਜਿਵੇਂ ਇਕਾਗਰਤਾ ਆਊਗੀ ਤੁਹਾਨੂੰ ਧੁਨ ਸੁਣਾਈ ਦੇਊਗੀ, ਮਗਰ ਉਸ ਵਕਤ ਸਿਮਰਨ ਤੇ ਧਿਆਨ ਰੱਖੋ। ਜਦੋਂ ਭਜਨ ਤੇ ਬੈਠੋਗੇ ਉਦੋਂ ਤੁਸੀਂ ਧੁਨ ਦੇ ਉੱਤੇ ਧਿਆਨ ਰੱਖੋ, ਕਿਉਂਕਿ ਆਪਾਂ ਸਿਮਰਨ ਕਰਦੇ ਰਹੇ ਹੀ ਹਾਂ। ਪਿੱਛੇ ਜੇ ਸਿਮਰਨ ਚੱਲਦਾ ਰਹਿਣ ਦਿਓ, ਮਗਰ ਤੁਸੀਂ ਆਪਣਾ ਧਿਆਨ ਧੁਨ ਦੇ ਉੱਤੇ ਰੱਖੋ ਉਸ ਵਕਤ। ਬਾਬਾ ਜੀ ਸਾਡੇ ਸੈਂਟਰ 'ਚ ਜ਼ਰੂਰ ਆਇਓ ਔਰ ਸਾਡੇ ਪਰਿਵਾਰ ਤੇ ਜ਼ਰੂਰ ਦਇਆ ਮਿਹਰ ਕਰਿਓ ਬਾਬਾ ਜੀ। ਬਾਬਾ ਜੀ ਮੇਰੇ ਕੋਲੋਂ ਭਜਨ ਸਿਮਰਨ ਤੇ ਬੈਠਦੀ ਜ਼ਰੂਰ ਹਾਂ, ਪਰ ਮੇਰਾ ਮਨ ਪਤਾ ਨਹੀਂ ਕਿੱਥੇ ਕਿੱਥੇ ਖਿਲ ਰਿਹਾ ਹੁੰਦਾ, ਉਹ ਨਹੀਂ ਕਾਬੂ ਹੁੰਦਾ। ਬੇਟਾ ਉਹ ਸਾਰਿਆਂ ਦਾ ਹੀ ਹਾਲ ਹੈ, ਸਿਰਫ ਆਪਣਾ ਨਹੀਂ, ਸਾਰਿਆਂ ਦਾ ਇਹ ਹਾਲ ਹੈ। ਇਸ ਕਰਕੇ ਆਪਾਂ ਨੂੰ ਭਜਨ ਸਿਮਰਨ ਦਿੱਤਾ ਗਿਆ ਹੈ। ਹੁਣ ਬੱਚੇ ਨੂੰ ਸਕੂਲ ਪਾਉਂਦੇ ਆ, ਪਹਿਲੇ ਦਿਨ ਜਾ ਕੇ ਤਾਂ ਨਹੀਂ ਉਹ ਪੜ੍ਹਾਕੂ ਬਣ ਜਾਂਦਾ ਬੇਟਾ, ਧਿਆਨ ਲਾਣਾ ਪੈਂਦਾ ਹੈਗਾ। ਜਿਵੇਂ ਜਿਵੇਂ ਧਿਆਨ ਲੱਗੂਗਾ, ਸਾਡਾ ਅੰਦਰੋਂ ਰਸ ਆਊਗਾ, ਆਪਣੇ ਆਪ ਲਜ਼ਤ ਆਊਗੀ, ਆਪਾਂ ਮਨ ਨੂੰ ਕਾਬੂ ਵੀ ਕਰ ਸਕਾਂਗੇ। ਇਸ ਕਰਕੇ ਕੋਸ਼ਿਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਉਹਨੇ ਸਾਡਾ ਨਤੀਜਾ ਨਹੀਂ ਦੇਖਣਾ, ਉਹਨੇ ਸਾਡੀ ਕੋਸ਼ਿਸ਼ ਦੇਖਣੀ। ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ। ਵੈਸੇ ਕੰਨਾਂ ਤੇ ਸੁਣਾਈ ਵੀ ਨਹੀਂ ਦਿੰਦਾ, ਮੇਰਾ ਕੱਬਾ ਕੰਨ ਸੁਣਦਾ ਕੁਛ ਨਹੀਂ ਹੈ। ਤੁਸੀਂ ਕਾਹਨੂੰ ਖੱਬੇ ਸੱਜੇ 'ਚ ਪੈਂਦੇ ਹੋ? ਆਪਾਂ ਤਾਂ ਇੱਥੇ ਸ਼ਬਦ ਨੂੰ ਸੁਣਨਾ ਬਸ। ਰਾਸਮ ਬਾਬਾ ਜੀ ਕਲਯੁਗ ਦਾ ਸਾਰ ਕੀ? ਅਸੀਂ ਕਿਸੇ ਦੇ ਉੱਤੇ ਕਿਸੇ ਨਾਲ ਕੰਮ ਕਰਦੇ ਆ ਜਾਂ ਕੁਝ ਵੀ, ਮਤਲਬ ਅਸੀਂ ਕਿਸੇ ਨਾਲ ਕੋਈ ਕੰਮ ਕਰਦੇ ਅੱਗੇ ਤਾਂ ਅਸੀਂ ਉਸ ਤੇ ਭਰੋਸਾ ਕਰ ਲੈਂਦੇ, ਪਰ ਅਗਲਾ ਬੰਦਾ ਸੈਲਫਿਸ਼ ਹੋ ਕੇ ਸਾਨੂੰ ਧੋਖਾ ਦੇ ਕੇ ਚਲੇ ਜਾਂਦਾ ਜੀ। ਤੇ ਅਸੀਂ ਮਤਲਬ ਕਿਵੇਂ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਕਿ ਨਹੀਂ? ਜਿਵੇਂ ਤੁਸੀਂ ਸਤਸੰਗ ਵਿੱਚ ਕਹਿੰਦੇ ਹੋ ਕਿ ਇਨਸਾਨ ਦੀ ਮਦਦ ਕਰ ਸਕਦਾ ਹੈ, ਜਾਨਵਰ ਸਾਡੇ ਮਦਦ ਲਈ ਨਹੀਂ ਆ ਸਕਦੇ ਹੈਗੇ। ਬੇਟਾ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮਾਲਿਕ ਨੇ ਸਾਨੂੰ ਜੋ ਜਾਨਵਰਾਂ ਤੋਂ ਕਿਵੇਂ ਫਰਕ ਬਣਾਇਆ ਕਿ ਮਾਲਿਕ ਨੇ ਆਪਾਂ ਨੂੰ ਸੋਚਣ ਦੀ ਤਾਕਤ ਦਿੱਤੀ ਹੈ, ਵਿਵੇਕ ਦੀ ਤਾਕਤ ਦਿੱਤੀ ਹੈ। ਵਿਵੇਕ ਦਾ ਮਤਲਬ ਹੈ ਕਿ ਆਪਾਂ ਸੋਚ ਸਮਝ ਕੇ ਕਦਮ ਚੁੱਕੀਏ। ਹੁਣ ਜੇ ਆਪਾਂ ਅੱਖਾਂ ਬੰਦ ਕਰਕੇ ਜਾਵਾਂਗੇ ਤਾਂ ਫਿਰ ਠੋਕਰ ਤਾਂ ਲੱਗੂਗੀ ਬੇਟਾ। ਆਪਣੇ ਵੱਲੋਂ ਪੂਰਾ ਇਤਿਆਦ ਵਰਤੋ ਔਰ ਬਾਕੀ ਜੋ ਮਾਲਿਕ ਦੀ ਮੌਜ ਹੈ ਬੇਟਾ। ਮੈਂ ਬਾਹਰ ਜਾਣਾ ਚਾਹੁੰਦਾ ਸੀਗਾ ਇਹ ਅਬਰੋਡ ਵਾਸਤੇ, ਪਰ 6 ਸਾਲ ਹੋ ਗਏ ਉਹਨਾਂ ਨੇ ਜਾਣ ਨਹੀਂ ਦਿੱਤਾ ਜੀ। ਹੁਣ ਕਰੋਨਾ ਆ ਗਿਆ, ਹੁਣ ਵੈਸੇ ਨਹੀਂ ਜਾ ਸਕਦੇ ਜੀ। ਨਹੀਂ ਬੇਟਾ ਦੇਖੋ, ਇਹ ਪਤਾ ਨਹੀਂ ਤੁਹਾਡੇ ਬੱਚਿਆਂ ਨੂੰ ਕੀ ਸ਼ੌਕ ਹੈ ਬਾਹਰ ਜਾਣ ਦਾ। ਆਪਾਂ ਨੂੰ ਉੱਥੇ ਦੁੱਗਣੀ ਤਿਗਣੀ ਚੌਗਣੀ ਮਿਹਨਤ ਕਰਨੀ ਪੈਂਦੀ ਹੈ। ਹਾਂਜੀ ਹਾਂ, ਇੱਥੇ ਸਾਰਾ ਪੱਕੀਆਂ ਪਕਾਈਆਂ ਮਿਲਦੀਆਂ, ਤੁਹਾਨੂੰ ਕਦਰ ਹੀ ਨਹੀਂ ਹੁੰਦੀ। ਹਾਂਜੀ हाँ ठीक है बाबा जी पहले भी वजन में बैठती थी ना तो मन लगता था, अब वजन में बैठती हूँ तो पता नहीं क्या, अब मेरा ध्यान नहीं जाता उधर। नहीं, बस मन किस में लगता है अब? नहीं ऐसे पता नहीं बैठती हूँ तो मन ऐसे उधर उधर बस घूमता, पता नहीं क्यों। पहले तो ध्यान लगता था, अब पता नहीं। बेटा देखो, मालिक को होगा पता, मेरे को तो कोई पता नहीं। हाँ मेरे को पता नहीं। हाँ ध्यान नू बेकाबू किने कीता है? देखो घर में बच्चा है, बच्चे को बिगाड़ता कौन है? माँ बाप बिगाड़ते हैं। तो फिर सहना किसको पड़ेगा? माँ बाप को सहना पड़ेगा ना। तो मन को किसने बिगाड़ा है? मन की बागडोर किसने छोड़ दी? आपने छोड़ी है, तो आपने ही उसको काबू करना है ना। इसीलिए बेटा भजन सिमरन दिया गया है कि हम अपना सही और अच्छा पहचान के हम मन की जो बागडोर है अपने हाथ में लें। क्या सारी उम्र आपने किसी की चाकरी करनी है कि खुद मुख्तियार होना है? जी बाबा जी दया कृपा करना और भजन सिमरन में मेरा ध्यान लगाना। बस आप अपनी तरफ से सच्चे दिल से बैठेंगे, जरूर मालिक बख्शिश करेंगे। बस बाबा जी दर्शन असली मतलब की है जी? बेटे ਜਦੋਂ ਆਪਾਂ ਉਸ ਮੁਕਾਮ ਤੇ ਪਹੁੰਚ ਜਾਵਾਂਗੇ ਨਾ ਜਿੱਥੇ ਸਾਡੀ ਭਾਵਨਾ
ਇਹੋ ਜੀ ਬਣ ਜੂਗੀ ਕਿ ਸਾਨੂੰ ਸਿਰਫ ਇੱਕ ਦਿਖਾਈ ਦਿੰਦਾ, ਹੋਰ ਕੁਝ ਨਹੀਂ ਦਿਖਾਈ ਦਿੰਦਾ। ਉਹ ਦਰਸ਼ਨ ਹੈ ਬੇਟਾ। ਬਾਬਾ ਜੀ ਇੱਕ ਗੋਲ ਤੇ ਫੋਕਸ ਕਿਵੇਂ ਕਰੀਏ? ਮਨ ਬਹੁਤ ਜਲਦੀ ਡਾਈਵਰਟ ਹੋ ਜਾਂਦਾ ਹੈ ਜੀ। ਬੇਟਾ ਸੋਚਣ ਦੀ ਗੱਲ ਹੈ, ਕਿਹੜੀ ਚੀਜ਼ ਦੇ ਨਾਲ ਫਾਇਦਾ, ਕਿਹੜੀ ਚੀਜ਼ ਨਾਲ ਨੁਕਸਾਨ ਹੈ ਬੇਟਾ। ਜਿਨ੍ਹਾਂ ਚੀਜ਼ਾਂ ਤੇ ਇਸ ਵਕਤ ਆਪਾਂ ਧਿਆਨ ਲਗਾ ਕੇ ਬੈਠੇ ਹਾਂ ਉਹਨਾਂ ਨਾਲ ਤਾਂ ਨੁਕਸਾਨ ਹੀ ਨੁਕਸਾਨ ਹੈ। ਜਿਸ ਦੇ ਉੱਤੇ ਫਾਇਦਾ ਹੈ ਉੱਥੇ ਸਾਡੀ ਇਕਾਗਰਤਾ ਟਿਕਦੀ ਨਹੀਂ ਬੇਟਾ। ਬਾਬਾ ਜੀ ਪ੍ਰੋਫੈਸ਼ਨ ਨੂੰ ਲੈ ਕੇ ਜਿਵੇਂ IAS ਆਫੀਸਰ ਵਾਸਤੇ ਮੈਂ ਤਿਆਰੀ ਕਰ ਰਿਹਾ ਹਾਂ, ਉਸ ਤੋਂ ਬਾਅਦ ਬਾਬਾ ਜੀ ਲੱਗਦਾ ਹੈ ਜਿਵੇਂ ਮੈਨੂੰ ਇੰਜੀਨੀਅਰ ਦੀ ਤਿਆਰੀ ਕਰਨੀ ਚਾਹੀਦੀ ਹੈ। ਹੁਣ ਮੈਂ ਮਕੈਨੀਕਲ ਇੰਜੀਨੀਅਰਿੰਗ ਕਰ ਰਿਹਾ ਬਾਬਾ ਜੀ। ਬੇਟਾ ਇੱਕ ਚੀਜ਼ ਫੜ ਲਾ ਔਰ ਲੱਗ ਜਾ ਉਹਦੇ ਵਿੱਚ। ਆਪਾਂ ਜੋ ਵੀ ਕੰਮ ਕਰਨਾ ਉਹਦੇ ਵਿੱਚ ਮਾਹਿਰ ਹੋਣਾ ਹੈ। ਸੋ ਇਸ ਕਰਕੇ ਇਸ ਵਕਤ ਆਪਣੇ ਮਕੈਨੀਕਲ ਇੰਜੀਨੀਅਰਿੰਗ ਦੇ ਉੱਤੇ ਧਿਆਨ ਰੱਖੋ। ਜਦੋਂ ਉਹ ਪਾਸ ਹੋ ਗਿਆ ਫਿਰ ਤੁਸੀਂ ਹੋਰ ਇਮਤਿਹਾਨ ਦੇਣਾ ਚਾਹੁੰਦੇ ਹੋ, ਫਿਰ ਉਹਦੇ ਉੱਤੇ ਧਿਆਨ ਰੱਖੋ ਬੇਟਾ। थैंक यू सो मच बाबा जी ये गोल्डन चांस दे ले। बाबा जी क्या सेवा करके भी कर्म कटते ने? ਬੇਟਾ ਸੇਵਾ ਕਰਨ ਦੇ ਨਾਲ ਮਾਹੌਲ ਬਣਦਾ ਹੈ। ਮਾਹੌਲ ਚੰਗਾ ਬਣੂਗਾ, ਭਜਨ ਸਿਮਰਨ ਕਰਾਂਗੇ, ਕਰਮ ਕੱਟਣਗੇ ਸ਼ਬਦ ਦੇ ਨਾਲ ਬੇਟਾ। ਸ਼ਬਦ ਕਰਮ ਕੀ ਰੇਖ ਕਟਾਏ, ਇਹਦੇ ਨਾਲ ਤਾਂ ਮਾਹੌਲ ਚੰਗਾ ਬਣਦਾ ਹੈ। ठीक है। ਤੇ ਬਾਬਾ ਜੀ ਹੋਰ ਮੈਂ ਲੋਕਾਂ ਨੂੰ ਦੇਖਿਆ ਵੀ ਰੂਹਾਨੀਅਤ ਦੀ ਗੱਲਾਂ ਕਰਦੇ ਤੇ ਭਜਨ ਸਿਮਰਨ ਵੀ ਕਰਦੇ, ਪਰ ਉਹਨਾਂ 'ਚ ਗੁੱਸਾ ਵੀ ਬਹੁਤ ਹੁੰਦਾ ਹੈਗਾ, ਆਂਦਾ ਕਦੇ ਕਦੇ। ਫਿਰ ਐਵੇਂ ਤੁਹਾਨੂੰ ਕੀ ਪਤਾ ਬੇਟਾ ਕਿੰਨਾ ਗੁੱਸਾ ਸੀ। ਜੇ ਭਜਨ ਸਿਮਰਨ ਨਾ ਕਰਦੇ ਤਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਹੁੰਦਾ। ਸੋ ਇਸ ਕਰਕੇ ਆਪਾਂ ਨਹੀਂ ਕਿਸੇ ਦੀ ਪਰਖ ਕਰਨੀ ਬੇਟਾ, ਆਪਾਂ ਆਪਣੇ ਆਪ ਨੂੰ ਦੇਖਣਾ। ਸਿੱਖੋ ਦੁਨੀਆ ਦੇਖ ਕੇ ਕਿ ਅਸੀਂ ਨਾ ਕੋਈ ਉਹੋ ਜਿਹੀ ਅਵਸਥਾ ਵਿੱਚ ਪੈ ਜਾਈਏ। ਨਾਮਦਾਨ ਦੀ ਬਖਸ਼ਿਸ਼ ਕਰਨਾ। ਬਾਬਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਆਪਣੇ ਸਾਹਮਣੇ ਖੜੇ ਕਰਨ ਦਾ ਮੌਕਾ ਦਿੱਤਾ। ਇਹ ਮੇਰਾ ਸੁਪਨਾ ਸੀਗਾ ਜਿਹੜਾ ਤੁਸੀਂ ਮੇਰਾ ਸੁਪਨਾ ਪੂਰਾ ਕੀਤਾ ਵਾ। ਤੇ ਬਾਬਾ ਜੀ ਸੇਵਾ ਬਖਸ਼ਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਬਾਬਾ ਜੀ ਇੱਕ ਗੱਲ ਪੁੱਛਣੀ ਸੀਗੀ ਕਿ ਅਸਲੀ ਸੇਵਾਦਾਰ ਆਪ ਕਿਵੇਂ ਬਣਿਆ ਜਾ ਸਕਦਾ ਤੁਹਾਡਾ? ਬੇਟਾ ਆਪਾਂ ਪਤਾ ਨਹੀਂ ਅਸਲ ਔਰ ਨਕਲ ਵਿੱਚ ਕਿੱਥੇ ਪੈ ਗਏ ਕਿ ਅਸਲੀ ਕੌਣ ਹੈ ਔਰ ਨਕਲੀ ਕੌਣ ਹੈ। ਜਿੰਨੀ ਜਿਹਦੀ ਔਕਾਤ ਹੈ ਉਨੀ ਉਹ ਕਰ ਰਿਹਾ ਬੇਟਾ। ਆਪਣੀ ਕੋਸ਼ਿਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਹੁਣ ਇਹ ਨਾ ਕਦੇ ਸੋਚੋ ਕਿ ਜਿਹੜਾ ਸਰਸੰਗ ਕਰਦਾ ਹੈ ਉਹਦੀ ਵੱਡੀ ਸੇਵਾ ਹੈ, ਤਾਂ ਜਿਹੜਾ ਕੋਈ ਜੁੱਤੀਆਂ ਦੀ ਸੇਵਾ ਕਰਦਾ ਉਹਦੀ ਘੱਟ ਸੇਵਾ ਹੈ। ਸੇਵਾ ਸੇਵਾ ਹੁੰਦੀ ਹੈ ਬੇਟਾ। ਸੇਵਾ ਦਾ ਮਤਲਬ ਹੈ ਭਾਵਨਾ ਸਹੀ ਹੋਣੀ ਚਾਹੀਦੀ ਹੈ। ਸੇਵਾ ਦਾ ਮਤਲਬ ਹੈ ਸਿਰ ਝੁਕਣਾ ਚਾਹੀਦਾ ਹੈਗਾ। ਤੇ ਜੇ ਸਰਸੰਗ ਕਰਕੇ ਉਹਨੂੰ ਅਹੰਕਾਰ ਆ ਗਿਆ ਫਿਰ ਕਾਹਦੀ ਸੇਵਾ ਰਹਿ ਗਈ? ਬਾਬਾ ਜੀ ਇੱਕ ਚੀਜ਼ ਹੋਰ ਪੁੱਛਣੀ ਆ। ਮੇਰੀ ਵਾਈਫ ਜਿਹੜੀ ਹੈਗੀ ਉਹ ਮੇਰੇ ਨਾਲ ਆਪ ਭਜਨ ਸਿਮਰਨ ਤੇ ਨਹੀਂ ਬੈਠਦੀ। ਤੁਹਾਨੂੰ ਤੁਹਾਡੇ ਨਾਲ ਕਾਹਨੂੰ ਬਹਿਣਾ ਚਾਹੀਦਾ? ਆਪਣੇ ਆਪ ਬੈਠੇ। ਬਾਬਾ ਜੀ ਨਹੀਂ ਬੈਠਦੇ, ਹੁਣ ਇੱਕੋ ਘਰ 'ਚ ਰਹਿੰਦੇ ਤਾਂ ਨਾਲ ਹੀ ਬੈਠਣਾ ਪਊਗਾ। ਬੇਟਾ ਉਹਨੂੰ ਬੈਠਣਾ ਚਾਹੀਦਾ। ਕਿਵੇਂ ਬੈਠਦੀ ਹੈ, ਕਿੱਥੇ ਬੈਠਦੀ ਹੈ, ਇਹ ਉਹਦੇ ਉੱਤੇ ਛੱਡੋ। ਤੁਸੀਂ ਆਪ ਉਦਾਹਰਨ ਬਣੋ। ਇਹਨਾਂ ਚੀਜ਼ਾਂ ਵਿੱਚ ਬੇਟਾ ਗਿਲੇ ਸ਼ਿਕਵੇ ਨਹੀਂ ਹੋਣੇ ਚਾਹੀਦੇ। ਤੁਸੀਂ ਚੰਗਾ ਉਦਾਹਰਨ ਬਣ ਕੇ ਦਿਖਾਓ, ਮਗਰ ਅੱਗੇ ਉਹਦੀ ਕਰਨੀ ਹੈ ਬੇਟਾ। ਜੇ ਉਹ ਤੁਹਾਨੂੰ ਕਹੇ ਤੁਸੀਂ ਨਾ ਬੈਠੋ ਫਿਰ ਤੁਹਾਨੂੰ ਚੰਗਾ ਲੱਗੂਗਾ। ਫਿਰ ਬੇਟਾ ਜੇ ਉਹ ਤੁਹਾਡੀ ਸੋਚ ਦੀ ਕਦਰ ਕਰਦੀ ਹੈ ਤੁਸੀਂ ਉਹਦੀ ਕਦਰ ਕਰੋ। ਠੀਕ ਹੈ। ਇਹ ਉਹਨੂੰ ਆਪ ਖੁਦ ਕਰਨ ਦਿਓ ਬੇਟਾ। ਠੀਕ ਹੈ। ਰਸ ਬਾਬਾ ਜੀ ਥੈਂਕ ਯੂ ਫॉर ਤੁਸੀਂ ਮੈਨੂੰ ਫਸਟ ਟਾਈਮ ਲਈ ਇਹ ਚਾਂਸ ਦਿੱਤਾ। ਬਾਬਾ ਜੀ ਮੇਰਾ ਫਸਟ ਕੁਐਸਚਨ ਇਹੀ ਆ ਵੀ ਸਾਨੂੰ ਹੁਕਮ ਦੀ ਸੇਵਾ ਕਰਨੀ ਚਾਹੀਦੀ ਜਾਂ ਮਨਮਰਜ਼ੀ ਦੀ ਸੇਵਾ ਕਰਨੀ ਚਾਹੀਦੀ? ਮਨਮਰਜ਼ੀ ਦੀ ਸੇਵਾ ਕੀ ਹੁੰਦੀ ਹੈ ਬੇਟਾ? ਫਿਰ ਤਾਂ ਸੇਵਾ ਹੋਣੀ ਨਹੀਂ। ਫਿਰ ਬੇਟਾ ਜੇ ਮਨਮਰਜ਼ੀ ਦੀ ਸੇਵਾ ਕਰਨੀ ਹੈ ਫਿਰ ਕਿਸੇ ਨੇ ਇੱਥੇ ਨਹੀਂ ਬੈਠੇ ਹੋਣਾ, ਸਾਰਿਆਂ ਨੇ ਮੇਰੇ ਕੋਠੀ 'ਚ ਬੈਠੇ ਹੋਣਾ। ਬਾਬਾ ਜੀ ਸਾਨੂੰ ਜਿੱਦਾਂ ਸੇਵਾ ਦਿੱਤੀ ਜਾਂਦੀ ਆ ਵੀ ਨਹੀਂ ਦੇਖੋ ਬੇਟਾ ਸੇਵਾ ਦਾ ਮਤਲਬ ਕੀ ਹੈ? ਸੇਵਾ ਦਾ ਮਤਲਬ ਹੈ ਕਿ ਮਨ ਵਿੱਚ ਨਿਮਰਤਾ ਆਵੇ, ਮਨ ਝੁਕਣਾ ਸਿੱਖੇ। ਤਾਂ ਜੇ ਅਸੀਂ ਮਨਮਰਜ਼ੀ ਦੀ ਕਰਾਂਗੇ ਫਿਰ ਕਿੱਥੇ ਮਨ ਝੁਕਦਾ ਬੇਟਾ? ਫਿਰ ਤਾਂ ਤੁਸੀਂ ਮਨ ਨੂੰ ਤਾਂ ਹੋਰ ਉੱਚਾ ਕਰੀ ਜਾਂਦੇ ਹੋ। ਮਨ ਤਾਂ ਹੀ ਝੁਕੂਗਾ, ਨਿਮਰਤਾ ਤਾਂ ਹੀ ਆਊਗੀ ਜਦੋਂ ਕਿਸੇ ਹੋਰ ਦੇ ਕਹੇ ਤੇ ਆਪਾਂ ਉਹਦੀ ਮਰਜ਼ੀ ਦੇ ਨਾਲ ਕਰਾਂਗੇ ਬੇਟਾ। ਬਾਬਾ ਜੀ ਸਾਨੂੰ ਜਿੱਦਾਂ ਵੀ ਸਾਡੇ ਜਿਹੜੇ ਅਨਦਰ ਪਰਸਨ ਸਾਨੂੰ ਲੈਣ ਆ ਜਾਂਦਾ ਕਿ ਸਾਡੇ ਨਾਲ ਹੀ ਚੱਲੋ, ਸਾਡੇ ਜਥੇ ਨਾਲ ਹੀ ਚੱਲੋ, ਕਿ ਤੁਸੀਂ ਸਾਡੇ ਨਾਲ ਆਏ ਹੋ, ਸਾਡੇ ਨਾਲ ਹੀ ਸੇਵਾ ਕਰੋ। ਤੇ ਇਹ ਤਾਂ ਹੁਣ ਬੇਟਾ ਜਿਹੜੇ ਜਥੇਦਾਰ ਨੂੰ ਸੇਵਾ ਦਿੱਤੀ ਗਈ ਹੈ ਕਿ ਵੀ ਤੇਰਾ ਜੱਥਾ ਇੱਥੇ ਹੋਣਾ ਚਾਹੀਦਾ, ਤੇਰਾ ਇੱਥੇ ਹੋਣਾ ਚਾਹੀਦਾ। ਸਾਡੀ ਸੇਵਾ ਕਿਤੇ ਹੋਰ ਲੱਗੀ ਹੋਵੇ। ਨਹੀਂ ਬਟ ਕਿਵੇਂ ਲੱਗ ਗਈ?
ਉਹ ਤਾਂ ਜੱਥਿਆਂ ਨੂੰ ਦੱਸਿਆ ਜਾਂਦਾ ਨਾ ਕਿ ਤੁਸੀਂ ਇੱਥੇ ਕਰੋ, ਤੁਹਾਨੂੰ ਉੱਥੇ ਲੱਗਣਾ ਚਾਹੀਦਾ ਬੇਟਾ। ਹੁਣ ਜੇ ਸਾਰੇ ਆਪਣੀ ਮਨਮਰਜ਼ੀ ਕਰਨੀ ਲੱਗ ਪਏ ਤਾਂ ਕੰਮ ਚੱਲੂਗਾ ਆਪਣਾ। ਘਰ ਵਿੱਚ 4-5 ਜੀ ਹੈ, ਜੇ ਸਾਰੇ ਆਪਣੀ ਮਨਮਰਜ਼ੀ ਕਰਨ ਘਰ ਦਾ ਕੰਮ ਚੱਲ ਸਕਦਾ ਬੇਟਾ। ਤਾਂ ਫਿਰ ਥੋੜ੍ਹਾ ਜਿਹਾ ਆਪਾਂ ਨੂੰ ਉਸ ਹਿਸਾਬ ਕਿਤਾਬ ਦੇ ਨਾਲ ਚੱਲਣਾ ਚਾਹੀਦਾ ਨਾ। ਹੁਣ ਜਿਹੜਾ ਤੁਹਾਨੂੰ ਲਿਆ ਹੈ ਜਥੇਦਾਰ, ਉਹਨੂੰ ਦੱਸਿਆ ਜਾਂਦਾ ਕਿ ਬੇਟਾ ਤੁਸੀਂ ਐਂ ਕਰਨਾ ਹੈਗਾ, ਤਾਂ ਆਪਾਂ ਉਹਦੇ ਨਾਲ ਚੱਲਣਾ ਹੈ ਬੇਟਾ। ਬਾਬਾ ਜੀ ਸੈਕੰਡ ਕੁਐਸਚਨ ਮੇਰਾ ਇਹ ਆ ਕਿ ਜਿਹੜੇ ਮੇਰੇ ਮੰਮਾ ਡੈਡੀ ਦੇ ਜਿਹੜਾ ਵੀ ਸੁਪਨਾ ਆ ਉਹ ਮੈਂ ਕੰਪਲੀਟ ਕਰ ਸਕਾਂ, ਤੇ ਮੇਰੀ ਪਲੀਜ਼ ਹੈਲਪ ਕਰਿਓ। ਬੇਟਾ ਜੇ ਆਪਾਂ ਸੱਚੀ ਭਾਵਨਾ ਦੇ ਨਾਲ, ਸੱਚੇ ਦਿਲ ਦੇ ਨਾਲ ਆਪਾਂ ਮਿਹਨਤ ਕਰਾਂਗੇ ਨਾ, ਮਾਲਿਕ ਕਿਉਂ ਨਹੀਂ ਬਖਸ਼ਿਸ਼ ਕਰੂਗਾ। ਨਾਮ ਦੀ ਕੋਸ਼ਿਸ਼ ਕਰੇ ਬਾਬਾ ਜੀ। ਬਾਬਾ ਜੀ ਭਜਨ ਸਿਮਰਨ ਪੂਰਾ ਕਰਦਾ ਜੀ, ਤੇ ਤਵੱਜੋ ਜਿਹੜੀ ਉੱਪਰ ਨੀਚੇ ਹੁੰਦੀ ਹੈ ਜੀ, ਤੇ ਭਰੋਸਾ ਪੂਰਾ ਵੱਜਦਾ ਨਹੀਂ ਬੇਟਾ। ਭਰੋਸਾ ਆਪਣੇ ਆਪ ਆਊਗਾ, ਐਨ ਪਰਖਾਂ 'ਚ ਨਾ ਪਾਓ। ਆਪਾਂ ਪਰਖ ਵਿੱਚ ਪੈ ਜਾਂਦੇ ਹਾਂ। ਦੇਖੋ ਆਪਾਂ ਭਜਨ ਸਿਮਰਨ ਕਰਨਾ ਮਹਾਰਾਜ ਜੀ ਦਾ ਹੁਕਮ ਮੰਨ ਕੇ, ਨਾ ਕੋਈ ਨਤੀਜਾ ਲੈਣ ਵਾਸਤੇ। ਜੇ ਆਪਾਂ ਨਤੀਜੇ ਦੇਖਣ ਲੱਗ ਪਵਾਂਗੇ ਫਿਰ ਤਾਂ ਇਹ ਕਾਰੋਬਾਰ ਹੋ ਗਿਆ ਨਾ। ਔਰ ਵੈਸੇ ਵੀ ਜੇ ਨਤੀਜਾ ਦੇਖਾਂਗੇ ਬੇਟਾ, ਨਤੀਜਾ ਆਪਣੀ ਕਰਨੀ ਦਾ ਮਿਲੂਗਾ। ਸਾਡੀ ਕਰਨੀ ਕਦੇ ਇੰਨੀ ਹੋ ਨਹੀਂ ਸਕਦੀ ਜਿੰਨੀ ਸਾਨੂੰ ਚਾਹੀਦੀ ਹੈ। ਇਸ ਕਰਕੇ ਆਪਾਂ ਤਾਂ ਹੁਕਮ ਦੀ ਪਾਲਣਾ ਕਰਨੀ ਹੈ, ਹੁਕਮ ਮੰਨੀਏ ਪਾਈਏ। ਬਾਬਾ ਜੀ ਦੂਜਾ ਸਵਾਲ ਇਹ ਆ ਕਿ ਜੇ ਕੋਈ ਸਤਸੰਗੀ ਭਰਾ ਸਾਡੇ ਨਾਲ ਧੋਖਾ ਕਰਦਾ ਤੇ ਸਾਨੂੰ ਗੁੱਸਾ ਬੜਾ ਆਉਂਦਾ ਜੀ। ਠੀਕ ਹੈ ਬੇਟਾ, ਨਹੀਂ ਕਰਨਾ ਚਾਹੀਦਾ, ਮਗਰ ਨਾਲ ਇਹ ਵੀ ਸੋਚੋ ਕਿ ਜੇ ਉਹ ਗਲਤ ਕਰੂਗਾ ਉਹਦੇ ਕਰਮ ਵਧਣਗੇ, ਆਪਾਂ ਗਲਤ ਕਰਾਂਗੇ ਸਾਡੇ ਕਰਮ ਵਧਣਗੇ। ਮੈਂ ਇਹ ਨਹੀਂ ਕਹਿੰਦਾ ਕਿ ਆਪਣਾ ਹੱਕ ਨਾ ਮੰਗੋ, ਜ਼ਰੂਰ ਮੰਗੋ, मगर ਆਪਾਂ ਕੋਈ ਗਲਤ ਕਦਮ ਨਹੀਂ ਚੁੱਕਣਾ। रासू बाबा जी ऐसा क्या करना पड़ेगा कि पूरा जिंदगी सेवा में लग गया? बेटा हर एक चीज़ का एक मौका हुंदा हैगा। हुण इत्थे आके थोड़ा जिहा तुसी माहौल देख के प्रभावित हो जाते हो, मगर बेटा जिन्ना चिर आपां अपनी मेहनत की कमाई नहीं खावांगे तो सेवा भी साडे तो चंगी तरह नहीं होनी बेटा। सो इस करके थोड़ा जिहा ना बैलेंस रखो, नौकरी भी करो और जो वक्त मिलता है सेवा भी करो। जिवें जिवें अगे वधांगे अपने आप मालिक बख्शिश करूँगा। दूसरा सवाल यह है बाबा जी, मेरे मम्मी पापा दे पूरी आस है कि मैं उनका नाम रोशन करूँ, तो ऐसा कोई गलत कदम नहीं उठना, आप मेहर रखो, नामदान की बख्शिश रखना। रासू बाबा जी मेरा सवाल बाबा जी, मेरी सारी जिंदगी बीती है बाबा जी, भजन सिमरन नहीं किया बाबा जी। नहीं बेटा हुण जो हो गया, हुण अब पछताए क्या जब चिड़िया चुग गई खेत। हुण जो हो गया वो हो गया, हुण जिहड़ा बाकी रहिंदा है उहदे उत्ते ध्यान दिओ। आपां पिछोकड़ नूं लैके बह जांदे हां, वो तां हुण वक्त चले गया, हुण अगे देखो, अपना अग्गा बचा के रखो। बाबा जी मेरे जेड़े रहिंदे श्वास जिंदगी दे बचदे ने बाबा जी, मेरे ते इतनी दया मेहर ताकत बख्शणी बाबा जी, मैं हर श्वास सिमरन कर बाबा जी, मेरा सिमरन बख्शना बाबा जी, दया मेहर बख्शणी बाबा जी। बाबा जी मौका मिलता तो सेवा ते भी आई हूँ मैं, पर भजन सिमरन नहीं बनता बाबा जी। नहीं बेटा जिन्ना चिर हुण सेवा का की फायदा बेटा। सेवा का मकसद ही ये है कि माहौल बनाइए कि भजन सिमरन कर सकिए बेटा। हुण ये तो उही गल है, बच्चा कहे मैं स्कूल चले गया मगर मैं क्लास च नहीं गया, पढ़ाई नहीं की मैं, तो फिर स्कूल जाने का फायदा की? ठीक है ना। सो बेटा लैन का भी जरिया हुंदा, देन का भी जरिया हुंदा। आपां जो कुछ लेना है भजन सिमरन के जरिए लेना है, उन्हें जो कुछ देना है भजन सिमरन के जरिए देना है। जे आपां वो रिश्ता ही नहीं जोड़िया बेटा, आपां तो फिर जिवें आए सी उवें चले जावांगे। ये तो जरूर करो बेटा। बाबा जी घर विच ना बड़ा गुस्सा, मतलब सारे गुस्से विच रहिंदे ने। बेटा गुस्सा नहीं, मैनूं हुण ये दसो, चलो मान लिया सारे गुस्से च रहिंदे आ, मगर गुस्से नूं आपां ठंडा भी तो करना है ना। हुण जे एक इंसान भी घर विच अपने मन नूं शांत रखूगा, अपनी जिम्मेवारी निभाऊगा, खुश रहूगा, तां ही दूजियां दे उत्ते प्रभाव पाऊ। तो जे सारे ही कहणगे कि जे वो गुस्सा करदा तो मैं भी गुस्से हैं, तो फिर तो अग भड़कूगी। बच्चे पहले बाबा जी आई जांदे है, हुण नहीं आना चाहते इधर। कोई आपां नहीं जबरदस्ती करनी बेटा, जो मौका होगा अपने आप मालिक बख्शिश करूगा।
बाबा जी दया करना मेरे च। अब्बा जी राधा स्वामी, अब्बा जी मेरी गल ये है, एक माँ बाप पूरे परिवार को पालता है, मगर पूरा परिवार एक माँ बाप को क्यों नहीं पालता? आप बताओ मेरे को। ये तो देखो, मैं तो बुढ़ापे में हो गया हूँ, मैं तो खुद माँ बाप के दर्जे पे पहुंच गया हूँ। आप नौजवान हैं, आप बताओ कि आजकल के नौजवान क्यों नहीं माँ बाप का ख्याल करते बेटा। बेटा मालिक के बाद तो माँ बाप हैं बेटा, और अगर आप माँ बाप की देखभाल नहीं कर सके, माँ बाप की सेवा नहीं कर सके, तो मालिक की सेवा कहाँ से होगी? अब्बा जी नामदान की बख्शीश करी होंगे। माँ बाप का जरूर ख्याल रखना चाहिए बेटा। बाबा जी हम तो पूरा पूरा रखते हैं, मगर फिर भी कमी तो लगी जाती। कमी तो वो पूरी नहीं होगी बेटा। जितना माँ बाप बच्चों के लिए करते हैं, बच्चे तो कभी भी वो उतना नहीं कर सकेंगे, मगर जितना कर सकते हैं उतना तो करें ना। बाबा जी कुछ नहीं करते ना। नहीं, आप दूसरों को मत देखें, आप निभाओ। हर एक का अपना अपनी बेटा कर्म है, हमने नहीं बोझ उठाना। आप अच्छी तरह सेवा करो। बाबा जी भजन स्मरण नहीं होता। बेटा क्यों हम कहते हैं नहीं होता? हम करते नहीं है। कर तो हम सब कुछ कर सकते हैं बेटा। अगर हमसे ना होता ना तो उसने नामदान की बख्शिश भी नहीं करनी थी बेटा। हम करते नहीं है। जब हम बाकी काम कर सकते हैं तो भजन सिमरन क्यों नहीं कर सकते? हमने कभी कहा है कि आज मैं सो नहीं सकता, आज मैं रोटी नहीं खा सकता, आज मैं नहा नहीं सकता? जब बाकी काम कर सकते हैं तो भजन सिमरन भी कर सकते हैं बेटा। बाबा जी कोशिश करते हैं, मगर मन 2 मिनट लगता है, फिर भाग जाता है। आप बैठो, आप कहो कि मन चाहे है नहीं है, मैं तो बैठूंगा, मैं तो वक़्त दूंगा। और अगर आप पूरा वक़्त देंगे, मन भी लगना शुरू हो जाएगा। बाबा जी मैं 10-12 साल हो गए, मैं भटक गई थी, अपना रास्ता था। बाबा जी 10 साल के बाद मैं वैसा आई हूँ। मेरे में बहुत कमियाँ, बहुत ज्यादा। नहीं बेटा ऐसे मैं नहीं, शर्मिंदी हूँ। नहीं ऐसे मत सोचिए आप। देखो बेटा, कोई भी यहाँ पे इंसान ऐसा नहीं है जिसने गलती नहीं की। अगर यहाँ बैठे हैं, कर्मों करके बैठे हैं। अगर कि किसी के कर्म नहीं होंगे तो फिर वो मालिक के पास होगा। तो बेटा मालिक ने जिंदगी दी है सीखने के लिए, ठीक है ना। अब जैसे बच्चा है, वो चलना सीखता है, गिरता भी है, उठता भी है, और फिर सीख के आहिस्ता आहिस्ता चलता भी है और भागना भी शुरू कर देता है। घबराना नहीं है, सीखो जिंदगी से। सीख के सही रास्ते पे चलेंगे, उसकी बख्शिश ही बख्शिश है बेटा। अगर हम घबरा के रह जाएंगे तो फिर नहीं हमारा कुछ बनेगा। आप मत घबराएं। बाबा जी एक सवाल है मेरा, सिर में ना आपसे ही है, आप बहुत ज्यादा, बाहर भी अंदर भी। बाबा जी बस मेरा मन की सब आप ही सुनो। बेटा बोझ ना इंसान खुद उठाता है, हम वैसे ही फिक्र करते हैं। चिंता ताकी कीजिए जुवन होनी होए बेटा। मैं ये नहीं कहता हूं कि सोच विचार मत करें, सोच विचार करें, मगर किसी हद तक। उसके आगे ज्यादा सोच विचार करने से कोई ज्यादा हल नहीं मिल जाएगा। सब कुछ अपने हाथ में है बेटा। चाहे फिक्र है, चाहे डिप्रेशन है, जो भी है, अगर हम हिम्मत रखेंगे, मालिक के हुक्म, उसकी रजा में रहेंगे बेटा, अपने आप इंसान हल्का महसूस करेगा और अंदर में भी इतनी ताकत आएगी कि हम सब चीजों का सामना कर सकें। पिताजी बस आप ही चाहिए, आप कोई बाबा जी जब आत्मा शरीर पुराने चोले को छोड़ती है तो आगे दूसरा चोला दान करने के लिए कब प्रवेश करती है? बेटा हम इन चीजों में क्यों पढ़ते हैं बेटा? पहले तो हमें ये सोचना ही नहीं चाहिए कि अगली बारी हमने वापस आना है। क्या इस जिंदगी में हमें कोई अच्छी खुशी मिल रही है जो हम वापस आना चाहते हैं? बेटा हमारा लक्ष्य तो यही होना चाहिए कि हमने वापस नहीं आना, हमने तो अपने सच्चे घर जाना है। बाकी अगर आना भी पड़ा वो तो मालिक की मौज है। इन चीज़ों को ना तो आपको पहचान हो पाएगी, ना ही इन चीज़ों की गिनती कर पाओगे आप बेटा। ठीक है
जैसे पीछे बाबा जी आपने पूरी स्मारत रखी है, आगे भी इसी तरह रखते रहोगे? बेटा वो कर्मों के ऊपर निर्भर है। अगर हमारे कर्म सही होंगे तो अपने आप सब संभाल होगी। अगर बोझ ही इतना पड़ जाएगा तो फिर संभाल कोई क्या करेगा बेटा। जब इंसान खुद अपनी संभाल नहीं करेगा तो क्या और कोई कर सकता है। ਬਾਬਾ ਜੀ ਸਤਸੰਗ 'ਚ ਫਰਮਾਇਆ ਜਾਂਦਾ ਹੈ ਕਿ ਅਗਰ ਆਪਾਂ ਭਜਨ ਸਿਮਰਨ ਨਹੀਂ ਕਰਦੇ ਤਾਂ ਰੋਡ ਰੋਲਰ ਨਾਲ ਬੰਨ੍ਹ ਕੇ ਲਿਜਾਇਆ ਜਾਂਦਾ ਹੈ ਕਿ ਅਗਰ ਸਾਡਾ ਬੱਚਾ ਵੀ ਅਗਰ ਕੋਈ ਗਲਤੀ ਕਰਦਾ ਤਾਂ ਅਸੀਂ ਉਹਨੂੰ ਸਜ਼ਾ ਜ਼ਰੂਰ ਦਿੰਦੇ ਹਾਂ, ਪਰ ਸਾਡੇ ਪਿਆਰ ਦੇ ਵਿੱਚ ਕਮੀ ਤਾਂ ਨਹੀਂ ਨਾ ਆਉਂਦੀ। ਤੇ ਕੀ ਅਗਰ ਅਸੀਂ ਭਜਨ ਸਿਮਰਨ ਘੱਟ ਕਰਦੇ ਹਾਂ ਜਾਂ ਨਹੀਂ ਕਰ ਸਕਦੇ ਤਾਂ ਕੀ ਤੁਹਾਡੇ ਪਿਆਰ ਦੇ ਵਿੱਚ ਸਾਡੇ ਕੋਈ ਕਮੀ ਆਏਗੀ? ਬੇਟਾ ਜਿਵੇਂ ਬੈਂਕ ਦਾ ਬਹੀ ਖਾਤਾ ਹੈ ਨਾ, ਹੁਣ ਮੈਨੇਜਰ ਤੁਹਾਡੇ ਨਾਲ ਜਿੰਨਾ ਮਰਜ਼ੀ ਪਿਆਰ ਕਰੇ, ਤੁਹਾਡਾ ਦੋਸਤ ਹੋਵੇ ਜੋ ਹੋਵੇ, ਜੋ ਤੁਸੀਂ ਕਰਜ਼ ਲਿੱਤਾ ਹੈ ਉਹ ਵਾਪਸ ਕਰਨਾ ਕਿ ਨਹੀਂ ਕਰਨਾ? ਜੀ ਉਹ ਤੁਹਾਡੇ ਵਾਸਤੇ ਆਸਾਨ ਬਣਾ ਦੂਗਾ, ਪਰ ਕਰਜ਼ ਤਾਂ ਦੇਣਾ ਹੈ। ਹਾਂਜੀ। ਸੋ ਇਸ ਕਰਕੇ ਬੇਟਾ ਆਪਾਂ ਲਫ਼ਜ਼ਾਂ ਦੇ ਇਹਦੇ ਹੇਰ ਫੇਰ 'ਚ ਨਾ ਫਸੀਏ। ਮਕਸਦ ਇੱਕੋ ਹੀ ਹੈ ਕਿ ਕਰਮ ਜੋ ਜੋ ਕਰੇਗਾ ਤੂੰ ਵਹੀ ਫਿਰ ਭੋਗਣਾ ਭਰਨਾ। ਕਰਮਾਂ ਦਾ ਹਿਸਾਬ ਕਿਤਾਬ ਦੇਣਾ ਬੇਟਾ। ਹੁਣ ਬੱਚਾ ਤੁਸੀਂ ਬਹੁਤ ਪਿਆਰ ਕਰਦੇ ਹੋ, ਪਰ ਉਹ ਕਹਿਣਾ ਨਹੀਂ ਮੰਨਦਾ, ਆਪਣਾ ਹੱਥ ਅੱਗ 'ਚ ਪਾ ਲੈਂਦਾ, ਹੱਥ ਜਲੂਗਾ। ਹੁਣ ਉਸ ਤੋਂ ਕਿਤੇ ਜ਼ਿਆਦਾ ਪੀੜ ਮਾਂ-ਬਾਪ ਨੂੰ ਹੋ ਰਹੀ ਹੈ, ਮਗਰ ਕੀ ਉਹਦਾ ਦਰਦ ਲੈ ਸਕਦੇ ਆ ਬੇਟਾ? ਹੁਣ ਜੋ ਉਹਨੇ ਕਰਨੀ ਕੀਤੀ ਹੈ, ਜੋ ਉਹਨੇ ਕਦਮ ਚੁੱਕਿਆ ਹੈ, ਉਹਦਾ ਭੁਗਤਾਨ ਦੇਣਾ ਪਊਗਾ ਕਿ ਨਹੀਂ ਦੇਣਾ ਪਊਗਾ? ਸੱਚੇ ਪਾਤਸ਼ਾਹ ਮਿਹਰ ਕਰਿਓ, ਭਜਨ ਸਿਮਰਨ ਕਰਨ ਦੀ ਤਾਕਤ ਬਖਸ਼ਿਓ ਸੱਚੇ ਪਾਤਸ਼ਾਹ। ਉਹ ਅਖੀਰਲੇ ਦਮ ਤੱਕ ਤੁਹਾਨੂੰ ਨਾ ਵਿਸਾਰੀਏ, ਇੰਨੀ ਤਾਕਤ ਬਖਸ਼ਿਓ ਸੱਚੇ ਪਾਤਸ਼ਾਹ। ਬਾਬਾ ਜੀ ਮੇਰੇ ਕੋਲੋਂ ਕੋਈ ਲਫ਼ਜ਼ ਨਹੀਂ ਹੈਗਾ ਜਿਸ ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰ ਸਕਾਂ। ਮੈਂ ਬਹੁਤ ਗੁਨਾਹ ਕੀਤੇ ਨੇ, ਬਹੁਤ ਗੁਨਾਹ ਕੀਤੇ ਨੇ। ਮੈਂ ਮਾਫੀ ਦੇ ਹੱਕਦਾਰ ਵੀ ਨਹੀਂ ਹੈਗਾ ਸੱਚੇ ਪਾਤਸ਼ਾਹ। ਬੇਟਾ ਤੁਸੀਂ ਪਤਾ ਨਹੀਂ ਕਿਉਂ ਪਰਖਾਂ ਵਿੱਚ ਪੈ ਜਾਂਦੇ ਹੋ। ਦੇਖੋ ਆਪਾਂ ਸਾਰੇ ਜੇ ਆਪਾਂ ਸ੍ਰਿਸ਼ਟੀ ਵਿੱਚ ਆਏ ਆ ਨਾ, ਆਪਣੀ ਔਗਣਾ ਕਰਕੇ ਆਏ ਆ ਬੇਟਾ। ਜੇ ਸਾਡੇ ਵਿੱਚ ਔਗਣ ਨਾ ਹੁੰਦੇ ਤਾਂ ਜਨਮ ਕਿਉਂ ਲੈਣਾ ਪੈਣਾ ਸੀ? ਇਹ ਮਾਲਿਕ ਨੇ ਇੱਕ ਮੌਕਾ ਦਿੱਤਾ ਸਿੱਖਣ ਵਾਸਤੇ ਕਿ ਆਪਾਂ ਸਿੱਖ ਕੇ ਸਹੀ ਰਸਤੇ ਨੂੰ ਅਪਣਾਈਏ। ਹੁਣ ਜੇ ਮੈਂ ਸਿਰਫ ਔਗਣਾਂ ਨੂੰ ਫੜ ਕੇ ਬੈਠਾ ਰਹੂੰਗਾ ਤਾਂ ਮੇਰਾ ਕੁਝ ਨਹੀਂ ਹੋ ਸਕਦਾ, ਮਗਰ ਗਲਤੀ ਕਰਕੇ ਜੇ ਮੈਂ ਸਿੱਖ ਕੇ ਸਹੀ ਰਸਤਾ ਅਪਣਾਉਂਗਾ ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਬਾਬਾ ਜੀ ਬੜੀ ਲੜਾਈ ਖੜੀ ਦੀ ਹੈ ਮਨ ਦੇ ਨਾਲ, ਬੜੀ ਕੋਸ਼ਿਸ਼ ਕਰੀ ਦੀ ਹੈ ਤੁਹਾਡੇ ਹੁਕਮ ਵਿੱਚ ਰਹਿ ਕੇ, ਪਰ ਫਿਰ ਵੀ ਪਤਾ ਨਹੀਂ ਕੀ ਗੱਲ, ਦਿਲ ਕਰਦਾ ਵੀ ਪੂਰੀ ਪੂਰੀ ਰਾਤ ਤੁਹਾਡੀ ਯਾਦ ਵਿੱਚ ਬੈਠੀਏ, ਫਿਰ ਮਨ ਡੋਲ ਜਾਂਦਾ ਵਾ, ਪੂਰਾ ਟਾਈਮ ਨਹੀਂ ਲੱਗਦਾ। ਬੇਟਾ ਆਪਣੇ ਵੱਲੋਂ ਮਿਹਨਤ ਵਿੱਚ ਕਮੀ ਨਾ ਆਵੇ ਬੇਟਾ, ਕਰੀ ਚੱਲੋ ਬਸ। ਤੁਸੀਂ ਦੇਖੋਗੇ ਕਿ ਜੇ ਆਪਾਂ ਰੋਜ਼ ਬੈਠਾਂਗੇ, ਨਾਗਾ ਨਹੀਂ ਪਾਵਾਂਗੇ, ਆਪਣੇ ਵੱਲੋਂ ਮਿਹਨਤ ਕਰਾਂਗੇ, ਕਿਤੇ ਨਾ ਕਿਤੇ ਆਪਣੇ ਆਪ ਮਨ ਕਾਬੂ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਬੇਟਾ। ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਤੇ। ਮਹਾਰਾਜ ਜੀ ਸੌਂਦਿਆਂ ਜਾਗਦਿਆਂ ਤੁਹਾਡੀ ਵਿਰਹ ਬਣੀ ਰਵੇ, ਇਸ ਵਾਸਤੇ ਕੀ ਕਰੀਏ? ਬੇਟਾ ਭਜਨ ਸਿਮਰਨ, ਜਾਗਰਤਾ। ਜਿੰਨਾ ਚਿਰ ਅੰਦਰ ਜਾਗਰਤਾ ਨਹੀਂ ਨਾ ਆਉਂਦੀ, ਸਾਨੂੰ ਪਹਿਚਾਨ ਨਹੀਂ ਹੋ ਸਕਦੀ ਕਿ ਸਾਡੇ ਵਾਸਤੇ ਚੰਗਾ ਕੀ ਹੈ। ਭਜਨ ਸਿਮਰਨ ਕਰਾਂਗੇ, ਅੰਦਰੋਂ ਜਾਗਰਤਾ ਆਊਗੀ। ਜਾਗਰਤਾ ਆਊਗੀ ਤਾਂ ਅਹਿਸਾਸ ਹੋਊਗਾ ਕਿ ਸਾਡਾ ਅਸਲ ਸਹਾਰਾ ਕੀ ਹੈ। ਤਾਂ ਉਹ ਵਿਰਹ ਉੱਠੂਗੀ, ਤਾਂ ਅਸੀਂ ਮਿਹਨਤ ਕਰਾਂਗੇ। ਨਾਲੇ ਮਹਾਰਾਜ ਜੀ ਤੁਹਾਡੀ ਜਿਹੜੀ ਸ਼ਕਤੀ ਤੁਸੀਂ ਬਖਸ਼ਦੇ ਹੋ, ਉਹਨੂੰ ਹਜਮ ਕਿੱਦਾਂ ਕਰ ਸਕੀਏ ਮਾਲਕ ਜੀ? ਹਜ਼ਮ ਨਹੀਂ ਕਰਾਂਗੇ ਤਾਂ ਬੇਟਾ ਅਸੀਂ ਉਸੇ ਤਰ੍ਹਾਂ ਰਹਿ ਜਾਾਂਗੇ ਬੇਟਾ। ਰੋਟੀ ਆਪਾਂ ਖਾਂਦੇ ਹਾਂ, ਜੇ ਹਜ਼ਮ ਨਹੀਂ ਕਰਾਂਗੇ ਤਾਂ ਤਾਕਤ ਮਿਲੂਗੀ? ਹਾਂ ਜੀ, ਉਹ ਕਾਲ ਖਾ ਜਾਂਦਾ ਨਾ ਸ਼ਕਤੀ ਜਿਹੜੀ ਬਣ। ਦਿਆਲ ਦੇ ਅੱਗੇ ਕੋਈ ਵੱਡਾ ਨਹੀਂ ਗਾ। ਸੋ ਇਹ ਨਾ ਮੈਨੂੰ ਬਹਾਨੇ ਦਿਓ ਕਿ ਜੀ ਕਾਲ ਖਾ ਜਾਂਦਾ ਹੈ। ਕਾਲ ਨਹੀਂ ਕਰ ਸਕਦਾ। ਕਾਲ ਤਾਂ ਸਿਰਫ ਵਕਤ ਦਾ ਨਾਮ ਹੈ। ਕਾਲ ਸਿਰਫ ਹਿਸਾਬ ਕਿਤਾਬ ਮੰਗਦਾ। ਹੁਣ ਕਦਮ ਤਾਂ ਅਸੀਂ ਚੁੱਕਦੇ ਹਾਂ ਨਾ। ਹੁਣ ਜੇ ਗਲਤ ਚੁੱਕਾਂਗੇ ਤਾਂ ਹਿਸਾਬ ਕਿਤਾਬ ਮੰਗੂਗਾ, ਜੇ ਗਲਤ ਨਹੀਂ ਚੁੱਕਾਂਗੇ ਤਾਂ ਕੀ ਹਿਸਾਬ ਕਿਤਾਬ ਮੰਗੂਗਾ? ਚੰਗਾ ਮਹਾਰਾਜ ਜੀ ਦੱਸ। ਬਾਬਾ ਜੀ ਜਦੋਂ ਆਪਾਂ ਕਿਸੇ ਵੀ ਐਗਜ਼ਾਮ ਦੀ ਪ੍ਰੀਪਰੇਸ਼ਨ ਕਰਦੇ ਹੈਗੇ ਹਾਂ ਨਾ ਜੀ, ਤੇ ਆਪਾਂ ਕਿਸੇ ਹੋਰ ਐਗਜ਼ਾਮ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ, ਆਪਣੀ ਕਿਸਮਤ ਵਿੱਚ ਕੋਈ ਹੋਰ ਚੀਜ਼ ਲਿਖੀ ਹੋਈ ਆ, ਜਾਂ ਕਿਸੇ ਹੋਰ ਐਗਜ਼ਾਮ ਲਈ ਆਪਾਂ ਉਹਦੇ ਲਈ ਖੜਨਾ ਹੈਗਾ, ਆਪਣੇ ਉੱਥੇ ਕਿਸਮਤ ਅੱਗੇ ਆਊਗੀ ਜਾਂ ਆਪਣੀ ਮਿਹਨਤ ਅੱਗੇ ਆਊਗੀ ਬਾਬਾ ਜੀ? ਬੇਟਾ ਕਿਸਮਤ ਤਾਂ ਸਿਰਫ ਤੁਹਾਨੂੰ ਮੁਕਾਮ ਤੱਕ ਲਿਆ ਸਕਦੀ ਹੈ, ਉਸ ਤੋਂ ਅੱਗੇ ਤੁਹਾਡੀ ਮਿਹਨਤ ਦੇ ਨਾਲ ਚੱਲੂਗਾ ਬੇਟਾ। ਬਾਬਾ ਜੀ ਜਿਵੇਂ ਕਾਫੀ ਟਾਈਮ ਪਹਿਲਾਂ ਕਿਸੇ ਨੇ ਇੱਥੇ ਕੁਐਸਚਨ ਕੀਤਾ ਸੀਗਾ ਤੁਹਾਡੇ ਅੱਗੇ, ਜਦੋਂ ਤੁਸੀਂ ਬਾਹਰ ਅਕਸਰ ਜਾਂਦੇ ਰਹਿੰਦੇ ਹੋ ਦੌਰੇ ਤੇ, ਉਦੋਂ ਅਸੀਂ ਕਿਹਨਾਂ ਦੇ ਦਰਸ਼ਨ ਕਰੀਏ ਜੀ?
ਉਹ ਬੇਟਾ ਦਰਸ਼ਨ ਅੰਦਰ ਕਰਨੇ ਆ, ਤੁਸੀਂ ਕਿੱਥੇ ਬਾਹਰ ਦਰਸ਼ਨਾਂ ਦੇ ਪਏ ਹੋਏ ਹੋ? ਅੰਦਰ ਧਿਆਨ ਰੱਖੋ, ਅੰਦਰ। ਹਾਂ, ਆਪਾਂ ਦਰਸ਼ਨ ਕਰਨੇ ਆ ਬੇਟਾ ਨਿਰਗੁਣ ਸਰੂਪ ਦੇ, ਆਪਾਂ ਬਾਹਰਲੇ ਸਰੂਪ ਦੇ ਨਹੀਂ ਕਰਨੇ। ਤੇ ਬਾਬਾ ਜੀ ਮੇਰੇ ਪਾਪਾ ਜੀ ਨੂੰ ਥੋੜਾ ਜਿਹਾ ਮੈਂਟਲੀ ਪ੍ਰੋਬਲਮ ਹੈਗੀ, ਉਹਨਾਂ ਨੂੰ ਬ੍ਰੇਨ ਅਟੈਕ ਹੋਏ ਸੀਗੇ, ਬਿਮਾਰ ਹੋ ਗਏ ਸੀਗੇ। ਹੁਣ ਉਹਨਾਂ ਦੀ ਯਾਦਦਾਸ਼ਤ ਵੀਕ ਹੋ ਗਈ ਹੈ, ਯਾਨੀ ਕਿ 2-4 ਮਿੰਟਾਂ ਪਿੱਛੋਂ ਭੁੱਲ ਜਾਂਦੇ ਆ। ਤੇ ਉਹ ਜਦੋਂ ਵੀ ਡੇਰੇ ਦੀ ਕੋਈ ਬੱਸ ਦੇਖਦੇ ਆ, ਸੇਵਾ ਤੇ ਜਾਣ ਨੂੰ ਅਕਸਰ ਕਹਿੰਦੇ ਆ ਕਿ ਸੇਵਾ ਤੇ ਜਾਣਾ ਆ, ਪਰ ਉਹ ਮੈਂਟਲੀ ਯਾਨੀ ਕਿ ਪ੍ਰੋਪਰ ਠੀਕ ਨਹੀਂ ਗਏ। ਤੇ ਸਾਡੀ ਉਹਨਾਂ ਪ੍ਰਤੀ ਕੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਬੇਟਾ ਸੇਵਾ ਕਰੋ, ਘਰ ਦਾ ਮਾਹੌਲ ਚੰਗਾ ਰੱਖੋ। ਜਿਵੇਂ ਜਦੋਂ ਆਪਾਂ ਛੋਟੇ ਸੀ, ਮਾਂ ਬਾਪ ਨੇ ਸਾਨੂੰ ਸੰਭਾਲਿਆ ਸੀ, ਉਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਸੰਭਾਲੋ ਬੇਟਾ। ਠੀਕ ਹੈ।